ਡੀਅਰ ਸਟੂਡੈਂਟਸ, ਰਾਜੇ ਅੱਜ ਆਪਾਂ ਹਿਸਟਰੀ ਦਾ 6th ਚੈਪਟਰ ਸਟਾਰਟ ਕਰਾਂਗੇ ਜਿਹਦਾ ਨਾਮ ਹੈ ਟਾਊਨਸ, ਟਰੇਡਰਸ ਐਂਡ ਕਰਾਫਟਸਮੈਨ। ਮਿਡੀਵੀਅਲ ਪੀਰੀਅਡ ਦੇ ਦੌਰਾਨ ਕਿਸ ਤਰ੍ਹਾਂ ਵਪਾਰ ਹੋਂਦ ਵਿੱਚ ਆਇਆ ਹੈ, ਕਿਸ ਤਰ੍ਹਾਂ ਨਾਲ ਸ਼ਿਲਪਕਾਰੀ ਹੋਂਦ ਵਿੱਚ ਆਈ ਹੈ, ਅਤੇ ਟਾਊਨਸ ਕਿਸ ਤਰ੍ਹਾਂ ਜਿਹੜੇ ਹੈਗੇ ਆ ਬਣੇ ਆ, ਕਿਸ ਤਰ੍ਹਾਂ ਨਾਲ ਸ਼ਹਿਰਾਂ ਦੀ ਉਤਪੱਤੀ ਹੋਈ ਹੈ। During the medieval period, agriculture, industries, trade and commerce flourished under the patronage of kings. ਰਾਜਿਆਂ ਦੀ ਸਰਪ੍ਰਸਤੀ ਦੇ ਅਧੀਨ ਹੀ ਖੇਤੀਬਾੜੀ, ਉਦਯੋਗ, ਵਪਾਰ ਧੰਦੇ ਆ ਜਿਹੜੇ ਹੋਂਦ ਵਿੱਚ ਆਏ ਸੀ। ਸੋ a large number of new towns developed in the different part of India. ਇੰਡੀਆ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਫਿਰ ਇਹਨਾਂ ਉਦਯੋਗ ਧੰਦਿਆਂ ਨਾਲ, ਖੇਤੀਬਾੜੀ ਦੇ ਨਾਲ ਹੀ ਟਾਊਨਸ ਹੋਂਦ ਵਿੱਚ ਆਏ। The towns and cities which come into being served as a center of culture and civilization, playing the primary role in the transformation and growth of the economy, division of labor, social, culture, political evolution and exposure of the modern world। ਕਹਿੰਦੇ ਜਿਹੜੇ ਨਵੇਂ ਟਾਊਨ ਬਣੇ ਸੀ, ਨਵੇਂ ਸ਼ਹਿਰ ਬਣੇ ਸੀ, ਇਹ ਮੁੱਖ ਸੈਂਟਰ ਸੀ ਸੱਭਿਆਚਾਰ ਦਾ, ਕਲਚਰ ਦਾ, ਸਿਵਲਾਈਜੇਸ਼ਨ ਦਾ, ਸੱਭਿਅਤਾ ਦਾ, ਜਿਨ੍ਹਾਂ ਨੇ ਕਿ ਬਹੁਤ ਹੀ ਵੱਡਾ ਰੋਲ ਪਲੇ ਕੀਤਾ ਹੈ ਇਕੋਨਮੀ ਦੀ ਗਰੋਥ ਦੇ ਵਿੱਚ, ਆਰਥਿਕਤਾ ਦਾ ਵਿਕਾਸ ਦੇ ਵਿੱਚ, ਕਲਚਰ ਅਤੇ ਪੋਲੀਟੀਕਲ ਵਿਕਾਸ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਯੋਗਦਾਨ ਦਿੱਤਾ ਹੈ। ਅੱਗੇ ਜਾ ਕੇ ਇਹਨਾਂ ਨੂੰ ਜੋ ਆਪਾਂ ਟਰੇਡ, ਟਾਊਨਸ ਹੋ ਗਏ, ਕਰਾਫਟਮੈਨ, ਇਹਨਾਂ ਦੇ ਬਾਰੇ ਆਪਾਂ ਜੋ ਪੜ੍ਹਨਾ ਹੈ ਤਾਂ ਇਸ ਨੂੰ ਆਪਾਂ ਮੇਨਲੀ 3 ਜਿਹੜੇ ਹੈਗੇ ਆ ਪਾਰਟਸ ਦੇ ਵਿੱਚ ਨਾ ਟਾਊਨਸ ਨੂੰ ਆਪਾਂ ਕੈਟਾਗੋਰਾਈਜ਼ਡ ਕਰਦੇ ਹਾਂ। These towns could be categorized into 3 groups. Firstly, administrative or court towns। ਠੀਕ ਹੈ, ਸਭ ਤੋਂ ਪਹਿਲਾਂ ਕੋਰਟ ਟਾਊਨ ਆਉਣਗੇ। ਦੂਸਰੇ ਪਿਲਗ੍ਰਿਮੇਜ ਟਾਊਨਸ। ਪਿਲਗ੍ਰਿਮੇਜ ਕੀ ਹੁੰਦੇ ਆ? ਧਾਰਮਿਕ ਸਥਾਨ। ਤੀਸਰੇ ਪੋਰਟ ਐਂਡ ਟਰੇਡਿੰਗ ਟਾਊਨ। ਪੋਰਟ ਟਰੇਡਿੰਗ ਟਾਊਨ ਮਤਲਬ ਜਿੱਥੇ ਵਪਾਰ ਧੰਦਾ ਚੱਲਦਾ ਸੀ, ਉਹ ਵਾਲੀ। ਫਸਟਲੀ ਆਪਣੇ ਕੋਲ ਆਇਆ ਕੋਰਟ ਆਫ ਕੈਪੀਟਲ ਟਾਊਨ। ਤਾਂ ਕੋਰਟ ਆਫ ਕੈਪੀਟਲ ਟਾਊਨ ਦਾ ਮਤਲਬ ਕੀ ਹੁੰਦਾ ਹੈ? ਦ ਪਲੇਸ ਵੇਅਰ ਦ ਕਿੰਗ ਹੈਲਡ ਹਿਜ਼ ਕੋਰਟ। ਜਿੱਥੇ ਰਾਜਾ ਆਪਦਾ ਕੋਰਟ ਲਗਾਉਂਦਾ ਹੋਵੇ, ਦਰਬਾਰ ਲਗਾਉਂਦਾ ਹੋਵੇ, ਉਸ ਨੂੰ ਕੋਰਟ ਆਫ ਕੈਪੀਟਲ ਟਾਊਨ ਕਹਿੰਦੇ ਆ। ਦਿਸ ਪਲੇਸ often developed into a town, ਆਮ ਤੌਰ 'ਤੇ ਟਾਊਨ ਦੇ ਵਿੱਚ ਹੀ ਹੁੰਦੀਆਂ ਸੀ ਇਹ। This was because royal attendants, noble, soldiers, officials, scholars, entertainers settled here to serve the ruler। ਇਹ ਸਾਰੇ ਇੱਥੇ ਰਹਿੰਦੇ ਹੁੰਦੇ ਸੀ ਰੂਲਰ ਨੂੰ, ਰਾਜੇ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਵਾਸਤੇ। ਫੋਰ ਐਗਜ਼ਾਮਪਲ, ਫਸਟ ਆਗਰਾ, ਦੈਨ ਫਤਿਹਪੁਰ ਸੀਕਰੀ ਹੋ ਗਿਆ, ਲਾਹੌਰ ਵਾਜ਼ ਦਾ ਸੈਟ ਆਫ ਇੰਪੈਰਰ ਅਕਬਰ। ਇਹ ਹੁਣ ਸਾਰੇ ਕਿਹਨੇ ਜਿਹੜੇ ਹੈਗੇ ਕੀਤੇ ਸੀਗੇ, ਵਸਾਏ ਸੀਗੇ ਅਕਬਰ ਨੇ। ਸਿਮਿਲਰਲੀ ਉਸੇ ਤਰ੍ਹਾਂ ਹੀ ਤੰਜੌਰ ਯੂਜ਼ ਟੂ ਬੀ ਦਾ ਕੈਪੀਟਲ ਆਫ ਦਾ ਚੋਲਾ ਡਾਇਨੈਸਟੀ। ਤੰਜੌਰ ਆ ਜਿਹੜਾ ਉਹ ਚੋਲਾ ਡਾਇਨੈਸਟੀ ਦੀ ਕੈਪੀਟਲ ਬਣ ਗਿਆ ਸੀ, ਰਾਜਧਾਨੀ ਬਣ ਗਿਆ ਸੀ। ਕਿੰਗਸ ਹੈਲਡ ਕੋਰਟਸ ਇਨ ਮੰਦਾਪਾਸ ਔਰ ਪੈਵੀਲੀਅਨਸ ਐਂਡ ਇਸ਼ੂਡ ਆਰਡਰ ਟੂ ਦੇਅਰ ਸਬੋਰਡੀਨੇਟਸ। ਹੁਣ ਕਿੰਗਸ ਜਿਹੜੇ ਸੀ ਉਹਨਾਂ ਨੇ ਆਪਦੇ ਕੋਰਟ ਹੈ ਜਿਹੜੇ ਮੰਦਾਪਾਸ, ਪੈਵੀਲੀਅਨਸ ਦੇ ਵਿੱਚ ਲਗਾਏ ਸੀ, ਨਾਲ ਜਿਹੜੇ ਹੈਗੇ ਆ ਆਰਡਰ ਵਗੈਰਾ ਇਸ਼ੂਡ ਕਰ ਦਿੰਦੇ ਸੀ, ਉੱਥੋਂ ਪਾਸ ਕਰ ਦਿੰਦੇ ਸੀ। ਨੈਕਸਟ ਆ ਗਿਆ ਆਪਣੇ ਕੋਲ ਪਿਲਗ੍ਰਿਮੇਜ ਐਂਡ ਟੈਂਪਲ ਟਾਊਨ। ਧਾਰਮਿਕ ਸਥਾਨ ਜਾਂ ਧਾਰਮਿਕ ਮੰਦਰ ਕਿੱਥੇ ਕਿੱਥੇ ਬਣੇ ਹੋਏ ਆ। There was an increase in the temple buildings activity during the medieval period। medieval period ਦੇ ਦੌਰਾਨ ਜੋ ਮੰਦਰ ਬਣਾਉਣ ਦੀ ਜੋ ਐਕਟੀਵਿਟੀ ਸੀ ਉਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਸੀ, ਸਪੈਸ਼ਲੀ ਇਨ ਸਾਊਥ ਏਸ਼ੀਆ ਦੇ ਵਿੱਚ। One of the significant feature of these temples was the gradual growth of towns around them। ਜਦੋਂ ਕਿਤੇ ਟੈਂਪਲ ਬਣ ਜਾਂਦਾ ਸੀ, ਮੰਦਰ ਬਣ ਜਾਂਦਾ ਸੀ, ਉਸ ਤੋਂ ਬਾਅਦ ਉਸ ਦੇ ਇਰਦ ਗਿਰਦ ਇੱਕ ਟਾਊਨ ਬਣ ਜਾਂਦਾ ਸੀ, ਇੱਕ ਸ਼ਹਿਰ ਵਸ ਜਾਂਦਾ ਹੁੰਦਾ ਸੀ। ਮੋਸਟ ਆਫ ਦਾ ਟਾਊਨਸ ਡਿਵੈਲਪਡ ਬਿਕੋਜ਼ ਆਫ ਦਾ ਰਿਲੀਜੀਅਸ ਸਿਗਨੀਫਿਕੈਂਸ। ਧਾਰਮਿਕ ਜਿਹੜੀ ਹੈਗੀ ਆ ਮਹੱਤਤਾ ਦੇ ਕਰਕੇ ਜ਼ਿਆਦਾਤਰ ਜਿਹੜੇ ਟਾਊਨਸ ਆ ਉਹ ਹੋਂਦ ਵਿੱਚ ਆਏ ਆ। ਸਮ ਟਾਊਨਸ ਸੱਚ ਐਜ਼ ਤੰਜੌਰ, ਮਦੁਰਾਈ, ਸੋਮਨਾਥ ਡਿਵੈਲਪਡ ਐਜ਼ ਟੈਂਪਲ ਟਾਊਨ ਦੇ ਤੌਰ 'ਤੇ ਡਿਵੈਲਪ ਹੋਏ ਆ। ਦੇਅਰ ਇਕੋਨਮੀ ਐਂਡ ਸੋਸਾਇਟੀ ਔਫਨ ਗ੍ਰੇਟਲੀ ਇਨਫਲੂਐਂਸਡ ਬਾਈ ਦਾ ਟੈਂਪਲ। ਹੁਣ ਇਹ ਜਿਹੜੇ ਟਾਊਨ ਸੀਗੇ ਇਹਨਾਂ ਦੀ ਜਿਹੜੀ ਆਰਥਿਕਤਾ ਸੀ, ਠੀਕ ਹੈ, ਇਕੋਨਮੀ ਮਤਲਬ ਆਰਥਿਕ ਵਿਵਸਥਾ ਇਹਨਾਂ ਦੀ ਜਾਂ ਇਹਨਾਂ ਦੀ ਸਮਾਜਿਕ ਵਿਵਸਥਾ, ਇਹਨਾਂ ਟੈਂਪਲਸ ਤੋਂ ਹੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ। ਸੋ ਟਾਊਨਸ ਲਾਈਕ ਬਨਾਰਸ,
ਨਾਸਿਕ, ਕਾਂਸ਼ੀ, ਸ੍ਰੀਰੰਗਪਟਮ, ਮਥੁਰਾ, ਅਜਮੇਰ ਵਰ ਇੰਪੋਰਟੈਂਟ ਪਿਲਗ੍ਰੀਮੇਜ ਸੈਂਟਰ। ਤਾਂ ਇਹਨਾਂ ਨੂੰ ਇੰਪੋਰਟੈਂਟ ਧਾਰਮਿਕ ਸੈਂਟਰ ਮੰਨਿਆ ਜਾਂਦਾ ਹੈ। ਨੈਕਸਟ ਆਪਣੇ ਕੋਲੇ ਆ ਜਾਂਦਾ ਹੈਗਾ ਇਹ ਟ੍ਰੇਡਿੰਗ ਟਾਊਨਸ। ਹੁਣ ਟ੍ਰੇਡਿੰਗ ਟਾਊਨ ਮਤਲਬ ਜਿੱਥੇ ਕਿ ਵਪਾਰ ਚੱਲਦਾ ਹੋਊਗਾ, ਵਪਾਰ ਦੇ ਕਰਕੇ ਜਿਹੜੇ ਕਿ ਹੋਂਦ ਵਿੱਚ ਆਏ ਹੋਣਗੇ ਉਹਨਾਂ ਨੂੰ ਟ੍ਰੇਡਿੰਗ ਟਾਊਨ ਕਿਹਾ ਜਾਂਦਾ ਹੈ। ਫੋਰਨਰ ਟਰੈਵਲਰਸ ਗਿਵ ਐਕਸਟੈਂਸਿਵ ਅਕਾਊਂਟਸ ਅਬਾਊਟ ਦਾ ਡੋਮੈਸਟਿਕ ਟ੍ਰੇਡ ਇਨ ਮੀਡੀਵਲ ਇੰਡੀਆ। ਡੋਮੈਸਟਿਕ ਟ੍ਰੇਡ ਦਾ ਮਤਲਬ ਕੀ ਹੁੰਦਾ ਹੈ? ਮਤਲਬ ਕਿ ਵੀ ਦੇਸ਼ ਦੇ ਅੰਦਰੂਨੀ ਵਪਾਰ ਦੇਸ਼ ਦਾ ਬਹੁਤ ਜ਼ਿਆਦਾ ਚੱਲਦਾ ਸੀ। ਤਾਂ ਇਹ ਚੀਜ਼ਾਂ ਆਪਾਂ ਨੂੰ ਕਿੱਥੋਂ ਪਤਾ ਲੱਗੀਆਂ? ਫੋਰਨਰ ਟਰੈਵਲਰਸ ਤੋਂ, ਜਿਹੜੇ ਕਿ ਬਾਹਰ ਦੇ ਸੀਗੇ ਵਿਦੇਸ਼ੀ ਯਾਤਰੀ ਇੰਡੀਆ ਦੇ ਵਿੱਚ ਆਏ ਸੀ। ਤਾਂ ਉਹਨਾਂ ਨੇ ਜਿਵੇਂ ਇਬਾਨ ਬਤੂਤਾ ਸੀਗਾ, ਉਸ ਟਾਈਮ 'ਤੇ ਉਹਨਾਂ ਨੇ ਜੋ ਵੀ ਇੰਡੀਆ ਦੇ ਵਿੱਚ ਵੇਖਿਆ ਉਹਨਾਂ ਨੂੰ ਆਪਣੀਆਂ ਲਿਖਤਾਂ ਦੇ ਵਿੱਚ ਲਿਖਿਆ ਸੀ। ਤਾਂ ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਮੀਡੀਵਲ ਪੀਰੀਅਡ ਦੇ ਦੌਰਾਨ ਵੀ ਅੰਦਰੂਨੀ ਵਪਾਰ ਚੱਲਦਾ ਸੀ। ਦ ਗਰੋਥ ਆਫ ਮਾਰਕੀਟਸ ਇਨਕਰੇਜਡ ਟ੍ਰੇਡ ਬੋਥ ਇੰਟਰਨਲ ਐਜ਼ ਵੈਲ ਐਜ਼ ਐਕਸਟਰਨਲ। ਹੁਣ ਜਦੋਂ ਮਾਰਕੀਟਸ ਹੋਂਦ ਵਿੱਚ ਆਈਆਂ, ਬਾਜ਼ਾਰ ਹੋਂਦ ਵਿੱਚ ਆਈ, ਉਹਦੇ ਨਾਲ ਕੀ ਹੋਇਆ? ਵਪਾਰ ਵਧਿਆ, ਇੰਟਰਨਲ ਵੀ ਤੇ ਐਕਸਟਰਨਲ ਵੀ, ਅੰਦਰੂਨੀ ਵੀ ਤੇ ਬਾਹਰੀ ਵੀ। ਇਬਾਨ ਬਤੂਤਾ ਹੈਡ ਡਿਸਕ੍ਰਾਈਬਡ ਦਿੱਲੀ ਐਜ਼ ਅ ਮੇਜਰ ਸੈਂਟਰ ਆਫ ਟ੍ਰੇਡ। ਇਬਾਨ ਬਤੂਤਾ ਜੋ ਕਿ ਇੱਕ ਜੋ ਆਪਾਂ ਕਹਿ ਸਕਦੇ ਹਾਂ ਫੋਰਨਰ ਟਰੈਵਲਰ ਸੀਗਾ, ਵਿਦੇਸ਼ੀ ਯਾਤਰੀ ਸੀ, ਉਸ ਨੇ ਆਪਦੀਆਂ ਲਿਖਤਾਂ ਦੇ ਵਿੱਚ ਕੀ ਡਿਸਕ੍ਰਾਈਬ ਕੀਤਾ ਵੀ ਦਿੱਲੀ ਜਿਹੜਾ ਸੀ ਮੀਡੀਵਲ ਪੀਰੀਅਡ ਦੇ ਦੌਰਾਨ ਮੇਜਰ ਸੈਂਟਰ ਸੀ ਟ੍ਰੇਡ ਦਾ, ਵਪਾਰ ਦਾ ਇੱਕ ਮੁੱਖ ਕੇਂਦਰ ਮੰਨਿਆ ਜਾਂਦਾ ਸੀ। ਸੁਪੀਰੀਅਰ ਕੁਆਲਿਟੀ ਰਾਈਸ ਐਂਡ ਸ਼ੂਗਰ ਫਰੋਮ ਕਨੌਜ। ਬਹੁਤ ਵਧੀਆ ਕੁਆਲਿਟੀ ਦੇ ਰਾਈਸ ਤੇ ਸ਼ੂਗਰ ਕਿੱਥੋਂ? ਕਨੌਜ ਤੋਂ। ਵੀਟ ਫਰੋਮ ਪੰਜਾਬ, ਪੰਜਾਬ ਤੋਂ ਕਣਕ। ਬੀਟਲ ਲੀਵਸ ਫਰੋਮ ਧਾਰ ਇਨ ਆਂਧਰਾ ਪ੍ਰਦੇਸ਼। ਬੀਟਲ ਲੀਵਸ ਜੋ ਪਾਣ ਦੇ ਪੱਤੇ ਹੁੰਦੇ ਆ, ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਦੇ ਵਾਸਤੇ, ਸਰਦੀ ਜ਼ੁਕਾਮ ਦੇ ਵਾਸਤੇ ਠੀਕ ਹੁੰਦੇ ਆ, ਹੋਰ ਵੀ ਬਹੁਤ ਫਾਇਦੇਮੰਦ ਹੁੰਦੇ ਆ ਇਹ। ਤਾਂ ਇਹ ਧਾਰ ਤੋਂ, ਧਾਰ ਕਿੱਥੇ ਆ? ਆਂਧਰਾ ਪ੍ਰਦੇਸ਼ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਠੀਕ ਹੈ। ਫਾਊਂਡ ਦੇਅਰ ਵੇ ਟੂ ਦਾ ਮਾਰਕੀਟ ਆਫ ਦਿੱਲੀ। ਇਹਨਾਂ ਚੀਜ਼ਾਂ ਨੇ ਜਿਹੜਾ ਸੀਗਾ ਦਿੱਲੀ ਦੀ ਮਾਰਕੀਟ ਦੇ ਵਿੱਚ ਆਪਣਾ ਰਸਤਾ ਬਣਾਇਆ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦਿੱਲੀ ਦੀ ਮਾਰਕੀਟ ਦੇ ਵਿੱਚ ਵਿਕਣ ਦੇ ਵਾਸਤੇ ਜਾਂਦੀਆਂ ਹੁੰਦੀਆਂ ਸੀ। ਇਹਨਾਂ ਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਵਪਾਰ ਹੈ ਜਿਹੜਾ ਉਹ ਚੱਲਦਾ ਹੁੰਦਾ ਸੀ। ਅੱਗੇ ਆ ਜਾਂਦਾ ਹੈਗਾ ਆਪਣੇ ਕੋਲੇ ਪੋਰਟ ਟਾਊਨਸ। ਪੋਰਟ ਮਤਲਬ ਬੰਦਰਗਾਹਾਂ, ਜਿਹੜੇ ਟਾਊਨਸ ਬੰਦਰਗਾਹਾਂ ਦੇ ਕਰਕੇ ਡਿਵੈਲਪ ਹੋਏ ਆ। ਇੰਡੀਆ ਇਜ਼ ਸਰਾਊਂਡਡ ਬਾਈ ਸੀਜ਼ ਔਨ ਇਟਸ 3 ਸਾਈਡਸ। ਹੁਣ ਆਪਾਂ ਨੂੰ ਵੀ ਪਤਾ ਕਿ ਇੰਡੀਆ ਇਹ ਜਿਹੜਾ 3 ਸਾਈਡਸ ਤੋਂ ਜਿਹੜਾ ਹੈਗਾ ਇਹਦੇ ਨਾਲ ਆਪਣਾ ਸੀਜ਼ ਦੇ ਨਾਲ ਘਿਰਿਆ ਹੋਇਆ ਹੈ, ਸਮੁੰਦਰਾਂ ਨਾਲ ਘਿਰਿਆ ਹੋਇਆ ਹੈ। From the ancient period, it has traded with South East Asia, West Asia, China, Europe through sea routes। ਕਹਿੰਦੇ ਆਪਾਂ ਨੂੰ ਇਹ ਗੱਲ ਦਾ ਪਤਾ ਕਿ ਬਹੁਤ ਪੁਰਾਣੇ ਸਮੇਂ ਤੋਂ ਲੈ ਕੇ ਇੰਡੀਆ ਦਾ ਸਾਊਥ ਈਸਟ ਏਸ਼ੀਆ ਨਾਲ, ਵੈਸਟ ਏਸ਼ੀਆ ਨਾਲ, ਚਾਈਨਾ ਦੇ ਨਾਲ, ਯੂਰਪ ਦੇ ਨਾਲ ਵਪਾਰ ਚੱਲਦਾ ਸੀ। ਵਪਾਰ ਕਿਹਦੇ ਥਰੂ ਚੱਲਦਾ ਸੀ? ਸੀ ਰੂਟ ਦੇ ਥਰੂ, ਸਮੁੰਦਰੀ ਮਾਰਗਾਂ ਦੇ ਥਰੂ। To provide the service to the traders and manufacture the goods required by them, many workers, craftsperson settle around the ports। ਹੁਣ ਕੀ ਹੋਇਆ ਕਿ ਟਰੇਡਰਸ ਨੂੰ, ਵਪਾਰੀਆਂ ਨੂੰ ਸਰਵਿਸ ਪ੍ਰੋਵਾਈਡ ਕਰਨ ਦੇ ਵਾਸਤੇ ਜਾਂ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਸੀ ਚੀਜ਼ਾਂ ਦੀ, ਉਹਨਾਂ ਨੂੰ ਬਣਾਉਣ ਦੇ ਵਾਸਤੇ ਬਹੁਤ ਸਾਰੇ ਵਰਕਰ, ਕਰਾਫਟਸ ਪਰਸਨ, ਸ਼ਿਲਪਕਾਰ ਪਰਸਨ ਜਿਹੜੇ ਸੀਗੇ ਉਹ ਇਹਨਾਂ ਪੋਰਟਸ ਦੇ, ਇਹਨਾਂ ਬੰਦਰਗਾਹਾਂ ਦੇ ਆਲੇ ਦੁਆਲੇ ਹੀ ਸੈਟਲ ਹੋ ਗਏ। ਉੱਥੇ ਹੀ ਉਹਨਾਂ ਨੇ ਆਪਣੇ ਘਰ ਵਸਾ ਲਏ ਸੀ। ਬਿਸਾਈਡਸ ਫੋਰਨਰ ਟਰੇਡਰਸ ਇਨਕਲੂਡਿੰਗ ਅਰੈਬਸ, ਪਰਸ਼ੀਅਨ, ਸੀਰੀਅਨ, ਕ੍ਰਿਸਚਨ ਐਂਡ ਯੂਰੋਪੀਅਨ ਆਲਸੋ ਸੈਟਲ ਅਰਾਊਂਡ ਦੀਜ਼ ਪੋਰਟਸ। ਕਹਿੰਦੇ ਇੰਡੀਅਨ ਲੋਕਾਂ ਤੋਂ ਬਿਨਾਂ ਵੀ ਫੋਰਨਰ ਟਰੇਡਰਸ ਜਾਂ ਪਰਸ਼ੀਅਨ, ਸੀਰੀਅਨ, ਕ੍ਰਿਸਚਨ ਲੋਕ ਜਿੰਨੇ ਵੀ ਵਪਾਰੀ ਸੀਗੇ ਸਾਰੇ ਹੀ ਇਹਨਾਂ ਜੋ ਪੋਰਟ ਸੀਗੀਆਂ, ਬੰਦਰਗਾਹਾਂ ਸੀਗੀਆਂ, ਇਹਨਾਂ ਦੇ ਆਲੇ ਦੁਆਲੇ ਹੀ ਸੈੱਟ ਹੋ ਚੁੱਕੇ ਸਨ। ਸੋ ਅੱਜ ਆਪਾਂ ਟਾਊਨ, ਟਰੇਡਰ ਤੇ ਕਰਾਫਟਸਮੈਨ ਦੇ ਵਿੱਚੋਂ ਜੋ ਵੀ ਆਪਾਂ ਪਿਲਗ੍ਰੀਮੇਜ ਟੈਂਪਲ ਟਾਊਨ, ਟਰੇਡਿੰਗ ਟਾਊਨ ਹੋ ਗਿਆ, ਉਸ ਤੋਂ ਬਾਅਦ ਪੋਰਟ ਟਾਊਨ ਦੇ ਬਾਰੇ ਪੜ੍ਹਿਆ ਹੈ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਚੈਪਟਰ ਇੱਥੋਂ ਤੱਕ ਸਮਝ ਲੱਗ ਚੁੱਕਿਆ ਹੋਏਗਾ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ।